ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਈਕੋ ਟੀਚਰ। ਜਿਵੇਂ ਕਿ ਤੁਹਾਨੂੰ ਪਤਾ ਹੈ ਆਪਾਂ 4th ਚੈਪਟਰ ਕਰ ਰਹੇ ਹਾਂ। 4th ਚੈਪਟਰ ਦੇ ਵਿੱਚ ਆਪਾਂ ਨੈਕਸਟ ਇਹ ਸੈਕਿੰਡ ਵੀਡੀਓ 4th ਚੈਪਟਰ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਕਿ ਪ੍ਰੈਜ਼ੈਂਟ ਇੰਡਸਟਰੀ ਸਟਰਕਚਰ ਜੋ ਹੈ ਉਹ ਕਿਸ ਤਰ੍ਹਾਂ ਦੀ ਹੈ। ਹੁਣ ਦੀ ਜੋ ਇੰਡਸਟਰੀ ਸਟਰਕਚਰ ਹੈ ਉਹ ਕਿਸ ਤਰ੍ਹਾਂ ਦੀ ਹੈ। ਜੇਕਰ ਤੁਹਾਨੂੰ ਪਿਛਲੀ ਵੀਡੀਓ ਨਹੀਂ ਦੇਖੀ ਤਾਂ ਪਲੀਜ਼ ਉਹ ਵਾਲੀ ਵੀਡੀਓ ਦੇਖ ਲਓ ਤਾਂ ਜੋ ਤੁਹਾਨੂੰ ਇਹ ਚੈਪਟਰ ਦਾ ਸੀਰੀਅਲ ਵਾਈਜ਼ ਸਭ ਕੁਝ ਕਨਸੈਪਟ ਜੋ ਕਲੀਅਰ ਹੋ ਜਾਣ। ਠੀਕ ਹੈ ਜੀ। ਤਾਂ ਹੁਣ ਜਿਹੜਾ ਭਾਰਤ ਦੇ ਵਿੱਚ ਜਿਹੜਾ ਉਦਯੋਗ ਹੈ, ਇੰਡਸਟਰੀ ਹੈ, ਉਹ ਕਿਹੋ ਜਿਹੀ ਹੈ? ਸਰਵਜਨਕ ਵੀ ਹੈ, ਪ੍ਰਾਈਵੇਟ ਵੀ ਹੈ ਔਰ ਸੰਯੁਕਤ ਵੀ ਹੈ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਜਿਹੜੀ ਹੈਗੀ ਹੈ ਸਰਵਜਨਕ ਕੀ ਹੁੰਦੀ ਹੈ? ਸਰਵਜਨਕ ਉਦਮ ਉਹ ਉਦਮ ਹੁੰਦੇ ਹਨ ਜਿਨ੍ਹਾਂ ਦੇ ਉੱਤੇ ਸਰਕਾਰ ਦੀ ਮਲਕੀਅਤ ਹੁੰਦੀ ਹੈ। ਯਾਨੀ ਕਿ ਸਰਕਾਰ ਇਹਦਾ ਕੰਟਰੋਲ ਕਰਦਾ ਹੁੰਦਾ ਗਾ। ਜਿਹੜੇ ਉਦਯੋਗ ਦਾ ਕੰਟਰੋਲ ਸਰਕਾਰ ਦੇ ਹੱਥ ਵਿੱਚ ਹੁੰਦਾ ਹੈ ਉਸ ਨੂੰ ਸਰਵਜਨਕ ਉਦਮ ਕਹਿੰਦੇ ਹਨ। ਠੀਕ ਹੈ। ਉਦਮ ਮਤਲਬ ਉਦਯੋਗ, ਇੰਡਸਟਰੀ। ਠੀਕ ਹੈ ਜੀ। ਔਰ ਸੈਕਿੰਡ ਕਿਹੜਾ ਉਦਯੋਗ ਆਪਾਂ ਨੇ ਗੱਲ ਕੀਤੀ ਸੀਗੀ? ਨਿੱਜੀ ਉਦਮ। ਠੀਕ ਹੈ ਜੀ। ਇਹ ਉਦਮ ਕਿਹੜੇ ਹੁੰਦੇ ਨੇ? ਜਿਹੜੇ ਕਿ ਨਿੱਜੀ ਲੋਕਾਂ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ ਜਾਂ ਫਿਰ ਨਿੱਜੀ ਲੋਕ ਇਹ ਉਦਯੋਗਾਂ ਦੇ ਮਾਲਿਕ ਹੁੰਦੇ ਹਨ। ਠੀਕ ਹੈ ਜੀ, ਜਿਹਨੂੰ ਪ੍ਰਾਈਵੇਟ ਇੰਡਸਟਰੀ ਕਹਿ ਦਿੰਦੇ ਆ। ਠੀਕ ਹੈ ਜੀ। ਔਰ ਥਰਡ ਕੀ ਆਪਾਂ ਨੇ ਗੱਲ ਕੀਤੀ ਹੈ ਉਹ ਸੀਗੀ ਸੰਯੁਕਤ। ਠੀਕ ਹੈ ਜੀ, ਜਿਹਦੇ ਵਿੱਚ ਕੀ ਹੋਊਗਾ? ਸੰਯੁਕਤ ਕੀ ਹੁੰਦੀ ਆ? ਸੰਯੁਕਤ ਉਦਮ ਉਹ ਉਦਮ ਹੁੰਦੇ ਹਨ ਜਿਨ੍ਹਾਂ ਉੱਤੇ ਸਰਕਾਰ ਅਤੇ ਨਿੱਜੀ ਦੋਹਾਂ ਲੋਕਾਂ ਦੀ ਕੀ ਹੁੰਦੀ ਹੈ? ਮਲਕੀਅਤ ਹੁੰਦੀ ਹੈ। ਇਸ ਤਰ੍ਹਾਂ ਦੇ ਉਦਮ ਦੇ ਵਿੱਚ ਅੱਧੀ ਸਰਕਾਰ ਦਾ ਕੰਟਰੀਬਿਊਸ਼ਨ ਹੁੰਦਾ, ਅੱਧਾ ਗਵਰਨਮੈਂਟ ਦਾ ਹੁੰਦਾ, ਯਾਨੀ ਦੋਨਾਂ ਦਾ ਕੰਟਰੋਲ ਹੁੰਦਾ ਗਾ। ਠੀਕ ਹੈ ਜੀ। ਇਸ ਤਰ੍ਹਾਂ ਦੀ ਉਦਯੋਗਿਕ ਪ੍ਰਣਾਲੀ ਜੋ ਹੈ ਆਪਣੀ ਇੰਡੀਆ ਦੇ ਵਿੱਚ ਪਾਈ ਜਾਂਦੀ ਹੈ। ਹੁਣ ਨੰਬਰ ਪਹਿਲੇ ਤੇ ਤਾਂ ਆ ਗਏ ਕਿ ਕਿਸ ਤਰ੍ਹਾਂ ਦੇ ਉਦਯੋਗ ਪਾਏ ਜਾਂਦੇ ਹਨ? ਸਰਵਜਨਕ ਉਦਮ, ਨਿੱਜੀ ਉਦਮ ਅਤੇ ਸੰਯੁਕਤ ਉਦਮ ਪਾਏ ਜਾਂਦੇ ਹਨ ਉਦਯੋਗਿਕ ਸਟਰਕਚਰ ਦੇ ਵਿੱਚ। ਠੀਕ ਹੈ ਜੀ। ਸੈਕੰਡ ਪੁਆਇੰਟ ਕੀ ਹੈ? ਗੈਰ ਕਾਰਖਾਨਾ ਨਿਰਮਾਣ ਇਕਾਈਆਂ ਯਾਨੀ ਕਿ ਨॉन ਫੈਕਟਰੀ ਮੈਨੂਫੈਕਚਰਿੰਗ ਯੂਨਿਟ ਪਾਈ ਜਾਂਦੀ ਹੈ। ਠੀਕ ਹੈ ਜੀ। ਸੈਕੰਡ ਪੁਆਇੰਟ ਕੀ ਹੈ? ਗੈਰ ਕਾਰਖਾਨਾ ਨਿਰਮਾਣ ਇਕਾਈਆਂ। ਠੀਕ ਹੈ ਜੀ, ਜਿਨ੍ਹਾਂ ਨੂੰ ਆਪਾਂ ਇੰਗਲਿਸ਼ 'ਚ ਕੀ ਕਹਿੰਦੇ ਹਾਂ? ਨॉन ਫੈਕਟਰੀ ਮੈਨੂਫੈਕਚਰਿੰਗ ਯੂਨਿਟ। ਠੀਕ ਹੈ ਜੀ। ਇਹ ਕੀ ਕਰਦੀਆਂ ਨੇ? ਦੋ ਤਰ੍ਹਾਂ ਦੇ ਹੁੰਦੇ ਨੇ ਇਹ ਜਿਹੜੇ ਗੈਰ ਕਾਰਖਾਨੇ ਹੁੰਦੇ ਨੇ। ਇਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਹੁੰਦੇ ਨੇ ਲਘੂ, ਇੱਕ ਹੁੰਦੇ ਨੇ ਕੁਟੀਰ। ਠੀਕ ਹੈ ਜੀ। ਹੁਣ ਲਘੂ ਉਦਯੋਗ ਕਿਹੜੇ ਹੁੰਦੇ ਨੇ? ਕੁਟੀਰ ਉਦਯੋਗ ਕੀ ਹੁੰਦੇ ਨੇ? ਠੀਕ ਹੈ ਜੀ। ਇਹਦੇ ਬਾਰੇ ਪੜਾਂਗੇ ਪਹਿਲਾਂ। ਠੀਕ ਹੈ ਜੀ। ਹੁਣ ਪਹਿਲਾਂ ਇਹ ਜਾਣ ਲੈਂਦੇ ਹਾਂ ਕਿ ਜਿਹੜੇ ਗੈਰ ਕਾਰਖਾਨੇ ਯਾਨੀ ਕਿ ਇਹ ਕਾਰਖਾਨੇ ਹੁੰਦੇ ਨੇ ਪਰ ਜ਼ਿਆਦਾ ਬੜੇ ਨਹੀਂ ਹੁੰਦੇ। ਠੀਕ ਹੈ ਜੀ। ਕਾਰਖਾਨੇ ਜਿਵੇਂ ਕਾਰਖਾਨੇ ਕਹਿੰਦੇ ਨਾ ਕਿ ਬੜੇ ਕਾਰਖਾਨੇ ਲੱਗੇ ਹੁੰਦੇ ਨੇ, ਪਰ ਇਹ ਕੀ ਹੁੰਦੇ ਨੇ? ਛੋਟੇ ਉਦਯੋਗ ਹੁੰਦੇ। ਤਾਂ ਹੀ ਇਹਦੇ ਦੋ ਇਕਾਈਆਂ ਨੇ ਗੈਰ ਕਾਰਖਾਨੇ ਦੀ, ਇੱਕ ਲਘੂ ਅਤੇ ਇੱਕ ਕੁਟੀਰ। ਠੀਕ ਹੈ ਜੀ। ਹੁਣ ਲਘੂ ਕੁਟੀਰ ਉਦਯੋਗ ਪੜਨ ਤੋਂ ਪਹਿਲਾਂ ਆਪਾਂ ਦੇਖ ਲੈਂਦੇ ਹਾਂ ਕਿ ਜਿਹੜੇ ਕਾਰਖਾਨਾ ਨਿਰਮਾਣ ਇਕਾਈਆਂ ਨੇ ਇਹ ਕਿਹੜੀਆਂ ਨੇ। ਠੀਕ ਹੈ ਜੀ। ਤਾਂ ਕਾਰਖਾਨਾ ਨਿਰਮਾਣ ਇਕਾਈਆਂ ਜਿਹੜੀ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ। ਇੱਕ ਹੈਗੀ ਫੇਰਾ ਕੰਪਨੀ, FERA ਫੇਰਾ ਕੰਪਨੀ। ਠੀਕ ਹੈ। ਇਹ ਕੰਪਨੀਆਂ ਵੱਡੇ ਪੈਮਾਨੇ ਉੱਤੇ ਉਤਪਾਦਨ ਕਰਦੀਆਂ ਨੇ, ਯਾਨੀ ਕਿ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਕੀ ਕਰਨਗੇ? ਪ੍ਰੋਡਕਸ਼ਨ ਕਰਨਗੇ ਤੇ ਵਿਦੇਸ਼ਾਂ ਤੋਂ ਕੀ ਕਰਨਗੇ? ਬਹੁਤ ਹੀ ਅਧਿਕ ਪ੍ਰਯੋਗ ਕਰਦੇ। ਵਿਦੇਸ਼ੀ ਮੁਦਰਾ ਦਾ ਕੀ ਕਰਦੇ ਨੇ? ਬਹੁਤ ਹੀ ਜ਼ਿਆਦਾ ਯੂਜ਼ ਕਰਦੇ ਹੁੰਦੇ ਨੇ ਫੇਰਾ ਕੰਪਨੀਜ਼। ਠੀਕ ਹੈ ਜੀ। ਸੈਕੰਡ ਕੀ ਹੈ ਕਾਰਖਾਨਾ ਨਿਰਮਾਣ ਇਕਾਈਆਂ ਦੇ ਵਿੱਚ? MRTP ਕੰਪਨੀਜ਼। ਠੀਕ ਹੈ ਜੀ। ਇਹ ਕੰਪਨੀਆਂ ਏਕਾਧਿਕਾਰ ਅਤੇ ਪ੍ਰਤਿਬੰਧਾਤਮਕ ਵਪਾਰ ਵਿਵਹਾਰ ਅਧਿਨਿਯਮ MRTP ਯਾਨੀ ਕਿ MRTP ਨੂੰ ਦੀ ਕੀ ਹੈ ਫੁੱਲ ਫਾਰਮ? ਪ੍ਰਤਿਬੰਧਾਤਮਕ ਵਪਾਰ ਵਿਵਹਾਰ ਅਧਿਨਿਯਮ। ਠੀਕ ਹੈ ਜੀ। ਦੇ ਅਧੀਨ ਕੰਮ ਕਰਦੀਆਂ ਹਨ ਅਤੇ ਬਹੁਤ ਵੱਡੇ ਪੈਮਾਨੇ ਉੱਤੇ ਉਤਪਾਦਨ ਕਰਦੀਆਂ ਹਨ। ਇਹ ਵੀ ਬਹੁਤ ਵੱਡੇ ਪੈਮਾਨੇ ਤੇ ਉਤਪਾਦਨ ਕਰਦੀਆਂ ਹਨ, ਪਰ ਇਹਦੇ ਵਿੱਚ ਕੀ ਹੈ ਫਰਕ? ਇਹ ਦੋਨਾਂ ਵਿੱਚ ਕੀ ਹੈ ਕਿ ਇਹਨਾਂ ਨੇ ਨਾ ਆਪਣਾ ਏਕਾਧਿਕਾਰ ਮੋਨੋਪੋਲੀ ਸਿਸਟਮ ਹੁੰਦਾ ਇਹਦੇ ਵਿੱਚ, ਯਾਨੀ ਕਿ ਇਹਨਾਂ ਨੇ ਏਕਾਧਿਕਾਰ ਹੁੰਦਾ ਗਾ। ਇਹਨਾਂ ਦਾ ਜੋ ਪ੍ਰੋਡਕਟ ਕਰਦੇ ਨੇ ਜੋ ਵੀ ਚੀਜ਼ ਨੂੰ, ਉਹ ਦੂਸਰੇ ਕੰਪਨੀ ਜਿਹੜੀ ਹੈਗੀ ਆ ਉਹ ਨਹੀਂ ਬਣਾ ਸਕਦੀ। ਠੀਕ ਹੈ ਜੀ। ਏਕਾਧਿਕਾਰ ਹੁੰਦਾ, ਇਹਨਾਂ ਦਾ ਅਧਿਕਾਰ ਹੁੰਦਾ ਗਾ। ਠੀਕ ਹੈ ਜੀ। ਹੁਣ ਇਹ ਕਾਰਖਾਨਾ ਨਿਰਮਾਣ ਇਕਾਈਆਂ ਦੋ ਪਤਾ, ਇੱਕ ਤਾਂ ਫੇਰਾ ਕੰਪਨੀ, ਇੱਕ MRTP। ਠੀਕ ਹੈ ਜੀ। ਜੋ ਖੁਦ ਉਹਨਾਂ ਨੇ ਆਪਣੀ ਕਰਵਾਈ ਹੁੰਦੀ ਆ। ਇੱਕ ਅਧਿਕਾਰ ਮਤਲਬ ਪੇਟੈਂਟ ਕਰਵਾਇਆ ਹੁੰਦਾ ਗਾ। ਠੀਕ ਹੈ ਜੀ ਉਹਨਾਂ ਨੇ। ਠੀਕ ਹੈ। ਹੁਣ ਭਾਰਤ ਦੇ ਉਦਯੋਗਿਕ ਉਤਪਾਦਨ ਵਿੱਚ ਸਾਰਵਜਨਿਕ ਖੇਤਰਾਂ ਦੇ ਉਦਮਾਂ ਨੂੰ ਛੱਡ ਕੇ ਲਘੂ ਅਤੇ ਕੁਟੀਰ ਉਦਯੋਗਾਂ ਦਾ ਮਹੱਤਵ ਹੋਰਨਾਂ ਉਦਯੋਗਾਂ ਦੀ ਤੁਲਨਾ ਵਿੱਚ ਵਧੇਰੇ ਹੁੰਦਾ। ਕੀ ਕਹਿੰਦੇ ਨੇ ਇਹਦੇ ਵਿੱਚ ਕਿ ਜੋ ਉਤਪਾਦਨ ਦੇ ਸਾਰਵਜਨਿਕ ਖੇਤਰ ਨੇ ਉਹਨਾਂ ਨੂੰ ਛੱਡ ਕੇ ਲਘੂ ਅਤੇ ਕੁਟੀਰ ਉਦਯੋਗ ਜਿਹੜੇ ਹੈਗੇ ਨੇ ਉਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਅਦਾ ਕਰਦੇ ਨੇ। ਹੁਣ ਕੁੱਲ ਉਤਪਾਦਨ ਦਾ ਜਿਹੜਾ 40% ਹਿੱਸਾ ਹੈ ਉਹ ਇਹਨਾਂ ਉਦਮਾਂ ਦੁਆਰਾ ਹੀ ਪ੍ਰਾਪਤ ਹੁੰਦਾ ਗਾ, ਯਾਨੀ ਛੋਟੇ ਉਦਯੋਗਾਂ ਦੁਆਰਾ ਹੀ ਪ੍ਰਾਪਤ ਹੁੰਦਾ ਗਾ। ਠੀਕ ਹੈ।
ਹੁਣ ਫੇਰਾ ਕੰਪਨੀ ਤੇ MRTP ਕੰਪਨੀ ਅਤੇ ਨਿੱਜੀ ਕੰਪਨੀਆਂ ਦਾ ਕੁੱਲ ਉਤਪਾਦਨ ਵਿੱਚ ਪ੍ਰਤੀਸ਼ਤ ਹਿੱਸਾ ਲਘੂ ਅਤੇ ਕੁਟੀਰ ਉਦਯੋਗਾਂ ਨਾਲੋਂ ਕੀ ਹੈ, ਘੱਟ ਹੈ। ਯਾਨੀ ਲਘੂ ਅਤੇ ਕੁਟੀਰ ਉਦਯੋਗਾਂ ਦਾ ਯੋਗਦਾਨ ਹੈ ਆਪਣਾ ਉਤਪਾਦਨ ਦੇ ਵਿੱਚ, ਪਰ ਉਸ ਤੋਂ ਵੀ ਜ਼ਿਆਦਾ ਕਿਹਦਾ ਯੋਗਦਾਨ ਹੈ, ਫੇਰਾ ਕੰਪਨੀਜ਼ ਦਾ ਔਰ MRTP ਕੰਪਨੀਜ਼ ਦਾ। ਠੀਕ ਹੈ ਜੀ। ਹੁਣ ਨੈਕਸਟ ਜੋ ਆਪਾਂ ਨੇ ਇਹਦੇ ਵਿੱਚ ਪੜ੍ਹਿਆ ਸੀਗਾ ਕਿ ਕਾਰਖਾਨਾ ਗੈਰ ਕਾਰਖਾਨਾ ਇਕਾਈਆਂ ਕਿਹੜੀਆਂ, ਨਿਰਮਾਣ ਇਕਾਈਆਂ ਦੇ ਵਿੱਚ 2 ਲਘੂ ਅਤੇ ਕੁਟੀਰ ਉਦਯੋਗ ਪੜ੍ਹਿਆ ਸੀ, ਉਸ ਨੂੰ ਡਿਸਕਸ ਕਰਦੇ ਹਾਂ। ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਕਿ ਕੁਟੀਰ ਉਦਯੋਗ ਕਿਹੜੇ ਹੁੰਦੇ ਨੇ, ਜਿਹਨੂੰ ਆਪਾਂ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ ਕੋਟੇਜ ਇੰਡਸਟਰੀਜ਼। ਠੀਕ ਹੈ, ਕੋਟੇਜ ਇੰਡਸਟਰੀਜ਼। ਠੀਕ ਹੈ ਜੀ। ਤਾਂ ਇਹਦਾ ਅਰਥ ਕੁਟੀਰ ਉਦਯੋਗ ਜਿਹੜਾ ਹੈਗਾ ਆ, ਇਹ ਪੂਰਨ ਰੂਪ ਨਾਲ ਜਾਂ ਅੰਸ਼ਿਕ ਰੂਪ ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ ਨਾਲ ਇੱਕ ਪੂਰਨਕਾਲੀਨ ਜਾਂ ਅੰਸ਼ਕਾਲੀਨ ਕਿੱਤੇ ਦੇ ਰੂਪ ਵਿੱਚ ਚਲਾਇਆ ਜਾਂਦਾ ਹੈ। ਕਹਿਣ ਦਾ ਮਤਲਬ ਇਹ ਹੈ ਕਿ ਪੂਰਨ ਰੂਪ ਵਿੱਚ ਯਾਨੀ ਪੂਰੇ ਤਰੀਕੇ ਦੇ ਨਾਲ ਕਹਿ ਲਓ। ਠੀਕ ਹੈ ਜੀ। ਔਰ ਜਾਂ ਫਿਰ ਅੰਸ਼ਿਕ ਰੂਪ ਵਿੱਚ ਯਾਨੀ ਥੋੜੇ ਜਿਹੇ ਰੂਪ ਦੇ ਵਿੱਚ, ਅੰਸ਼ਿਕ ਦਾ ਮਤਲਬ ਛੋਟਾ ਹਿੱਸਾ। ਠੀਕ ਹੈ ਜੀ। ਪੂਰਨ ਮਤਲਬ ਪੂਰਾ ਰੂਪ ਦੇ ਵਿੱਚ। ਠੀਕ ਹੈ। ਨਾਲ ਪਰਿਵਾਰ ਦੇ ਮੈਂਬਰਾਂ ਦੀ ਸਹਾਇਤਾ, ਯਾਨੀ ਕਿ ਇਹਦੇ ਵਿੱਚ ਸਿਰਫ ਪਰਿਵਾਰ ਦੇ ਮੈਂਬਰ ਹੀ ਇਨਕਲੂਡ ਹੁੰਦੇ ਨੇ ਇਸ ਇੰਡਸਟਰੀ ਦੇ ਵਿੱਚ, ਯਾਨੀ ਕਿ ਇਕੱਲੇ ਪਰਿਵਾਰ ਦੇ ਮੈਂਬਰ ਹੀ ਮਿਲ ਕੇ ਇਸ ਉਦਯੋਗ ਨੂੰ ਚਲਾ ਸਕਦੇ ਨੇ। ਪੂਰਨਕਾਲੀਨ ਯਾਨੀ ਕਿ ਪੂਰੇ ਲੰਬੇ ਸਮੇਂ ਤੱਕ ਜਾਂ ਥੋੜੇ ਸਮੇਂ ਦੇ ਲਈ ਇਸ ਉਦਯੋਗ ਨੂੰ ਚਲਾ ਸਕਦੇ ਨੇ ਪਰਿਵਾਰ ਦੇ ਮੈਂਬਰ। ਠੀਕ ਹੈ ਜੀ। ਜਿਹੜੇ ਉਦਯੋਗਾਂ ਨੂੰ ਥੋੜੇ ਸਮੇਂ ਲਈ ਜਾਂ ਲੰਬੇ ਸਮੇਂ ਦੇ ਲਈ ਪਰਿਵਾਰ ਦੇ ਮੈਂਬਰ ਹੀ ਚਲਾ ਲੈਂਦੇ ਨੇ, ਉਸ ਨੂੰ ਆਪਾਂ ਕੁਟੀਰ ਉਦਯੋਗ ਕਹਿੰਦੇ ਆ। ਇਸ ਤਰ੍ਹਾਂ ਦੇ ਕਾਰੋਬਾਰ ਬਹੁਤਾ ਕਰਕੇ ਕਾਰੀਗਰ ਆਪਣੇ ਘਰਾਂ ਵਿੱਚ ਹੀ ਚਲਾਉਂਦੇ। ਇਹ ਛੋਟਾ ਉਦਯੋਗ ਹੁੰਦਾ ਹੈਗਾ, ਪਰਿਵਾਰ ਦੇ ਮੈਂਬਰ ਕੰਮ ਕਰਦੇ ਨੇ ਇਹਦੇ ਵਿੱਚ, ਤਾਂ ਇਹਨੂੰ ਆਪਾਂ ਕਿੱਥੇ ਲਗਾ ਸਕਦੇ ਹਾਂ, ਘਰਾਂ ਦੇ ਵਿੱਚ ਲਗਾ ਸਕਦੇ ਹਾਂ। ਮਸ਼ੀਨਾਂ ਦਾ ਪ੍ਰਯੋਗ ਬਹੁਤ ਘੱਟ ਹੁੰਦਾ। ਕਿਉਂ? ਕਿਉਂਕਿ ਇਹਦੇ ਵਿੱਚ ਆਪਾਂ ਪਰਿਵਾਰ ਦੇ ਮੈਂਬਰ ਹੁੰਦੇ ਨੇ, ਤਾਂ ਪਰਿਵਾਰ ਦੇ ਮੈਂਬਰ ਤਾਂ ਹੱਥਾਂ ਨਾਲ, ਆਪਾਂ ਜ਼ਿਆਦਾ ਬੜੀ ਇੰਡਸਟਰੀ ਹੁੰਦੀ ਨਹੀਂ, ਤਾਂ ਇੱਥੇ ਜਿਹੜਾ ਕੰਮ ਹੁੰਦਾ ਉਹ ਜ਼ਿਆਦਾ ਹੱਥਾਂ ਨਾਲ ਕੰਮ ਹੁੰਦਾ ਗਾ, ਤਾਂ ਕਰਕੇ ਮਸ਼ੀਨ ਜ਼ਿਆਦਾ ਯੂਜ਼ ਨਹੀਂ ਹੁੰਦੀ। ਠੀਕ ਹੈ ਜੀ। ਇਹ ਮੇਨਲੀ ਇਹ ਉਦਯੋਗ ਕਿਉਂ ਲਗਾਇਆ ਜਾਂਦਾ, ਤਾਂ ਜੋ ਉੱਥੋਂ ਦੇ ਆਲੇ ਦੁਆਲੇ ਦੀਆਂ ਜੋ ਲੋੜਾਂ ਨੇ, ਸਥਾਨਕ ਲੋੜਾਂ ਨੇ, ਉਹਨੂੰ ਪੂਰਾ ਕੀਤਾ ਜਾ ਸਕੇ। ਠੀਕ ਹੈ ਜੀ। ਤਾਂ ਇਹਦੇ ਵਿੱਚ ਜਿਹੜੇ ਮਜ਼ਦੂਰ ਲਗਾਏ ਜਾਂਦੇ ਹਨ, ਕਿਰਤੀਆਂ ਦਾ ਪ੍ਰਯੋਗ ਬਹੁਤ, ਇਹਦੇ ਵਿੱਚ ਕਿਰਤੀ ਬਹੁਤ ਘੱਟ ਪ੍ਰਯੋਗ ਕੀਤੇ ਜਾਂਦੇ ਕਿਉਂਕਿ ਇਹ ਛੋਟੀ ਇੰਡਸਟਰੀ ਹੈ। ਆਪਾਂ ਨੇ ਪੜ੍ਹਿਆ ਕਿ ਕੁਟੀਰ ਹੈ, ਕੋਟੇਜ ਹੈ, ਤੇ ਇਹਦੇ ਵਿੱਚ ਪਰਿਵਾਰ ਦੇ ਮੈਂਬਰ, ਤੇ ਪਰਿਵਾਰ ਦੇ ਮੈਂਬਰ ਇੰਨੇ ਜ਼ਿਆਦਾ ਤਾਂ ਹੁੰਦੇ ਨਹੀਂ, ਥੋੜੇ ਹੁੰਦੇ ਨੇ। ਠੀਕ ਹੈ ਜੀ। ਚਾਹੇ ਜ਼ਰੂਰੀ ਨਹੀਂ ਹੈ ਕਿ ਪਰਿਵਾਰ ਦੇ ਮੈਂਬਰ, ਆਪਾਂ ਦੋਸਤ ਮਿੱਤਰਾਂ ਨਾਲ ਯਾਨੀ ਥੋੜੇ ਦੇ ਮੈਂਬਰ ਮਿਲ ਕੇ ਵੀ ਇਸ ਉਦਯੋਗ ਨੂੰ ਚਲਾ ਸਕਦੇ ਹਾਂ। ਠੀਕ ਹੈ ਜੀ। ਮੇਨ ਇਹਦਾ ਮੋਟਿਵ ਇਹ ਹੈ ਕਿ ਇਹਨੂੰ ਆਪਾਂ ਪਰਿਵਾਰ ਦੇ ਮੈਂਬਰ ਦੁਆਰਾ ਚਲਾ ਸਕਦੇ ਹਾਂ, ਸਥਾਨਕ ਲੋੜਾਂ ਨੂੰ ਪੂਰਾ ਕਰਨ ਦੇ ਲਈ ਲਗਾਇਆ ਜਾਂਦਾ ਗਾ, ਘੱਟ ਮੈਂਬਰਾਂ ਦੀ ਜ਼ਰੂਰਤ ਹੁੰਦੀ ਹੈ, ਜ਼ਿਆਦਾ ਮਸ਼ੀਨਾਂ ਦਾ ਪ੍ਰਯੋਗ ਨਹੀਂ ਹੁੰਦਾ ਗਾ। ਠੀਕ ਹੈ ਜੀ। ਪਿੰਡਾਂ ਵਿੱਚ ਸਥਿਤ ਉਦਯੋਗਾਂ ਨੂੰ ਪਿੰਡੂ ਉਦਯੋਗ ਵੀ ਕਿਹਾ ਜਾਂਦਾ। ਜਿਹੜੇ ਪਿੰਡਾਂ ਵਿੱਚ ਇਸ ਤਰ੍ਹਾਂ ਦੇ ਉਦਯੋਗ ਲੱਗੇ ਹੋਏ ਨੇ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ ਕਿ ਪਿੰਡੂ ਉਦਯੋਗ ਕਹਿੰਦੇ ਆ, ਵਿਲੇਜ ਜਾਂ ਰੂਰਲ ਇੰਡਸਟਰੀਜ਼ ਕਹਿੰਦੇ ਆ। ਠੀਕ ਹੈ ਜੀ। ਜਿਹੜੇ ਛੋਟੇ, ਹੁਣ ਐਗਜ਼ਾਮਪਲ ਦੇ ਤੌਰ ਤੇ ਜਿਵੇਂ ਕੋਈ ਆਪਣਾ ਹੀ ਕੰਮ ਕਰਦਾ ਹੁੰਦਾ, ਜਿਵੇਂ ਕਿਸੇ ਨੇ ਦੁਕਾਨ ਸ਼ੂਪ ਖੋਲੀ ਹੋਈ ਹੈ ਕਿਸੇ ਚੀਜ਼ ਦੀ, ਕੈਂਚੀ ਕੁੰਚੀ ਬਣਾਉਂਦਾ ਗਾ, ਜਾਂ ਫਿਰ ਕੋਈ ਕਹਿੰਦੋ ਵੀ ਕੋਈ ਅਚਾਰ ਪਾਪੜ ਦਾ ਬਿਜ਼ਨਸ ਕਰਦਾ ਗਾ, ਜਾਂ ਫਿਰ ਕੋਈ ਹੋਰ ਵੀ ਮਤਲਬ ਘਰ ਦੇ ਵਿੱਚ ਹੀ ਕੋਈ ਐਸਾ ਛੋਟਾ ਮੋਟਾ ਕੰਮ ਕਰਦਾ, ਸਵੈਟਰ ਬੁਣਦੇ ਨੇ ਵਗੈਰਾ ਵਗੈਰਾ, ਐਸੀ ਕੋਈ ਮਤਲਬ ਕੰਮ ਕਰਦੇ ਨੇ, ਤਾਂ ਉਹ ਕੁਟੀਰ ਉਦਯੋਗ ਦੇ ਵਿੱਚ ਹੀ ਆ ਜਾਂਦੇ ਨੇ। ਠੀਕ ਹੈ ਜੀ। ਇਹਦੀ ਮਹੱਤਤਾ ਕੀ ਹੈ? ਇਹ ਕੁਟੀਰ ਉਦਯੋਗ ਹੁਣ ਹੈਗਾ ਕਾਫੀ ਜ਼ਿਆਦਾ ਘਟ ਗਿਆ। ਕਿਉਂ ਘਟ ਗਿਆ? ਕਿਉਂਕਿ ਹੁਣ ਬੜੀ ਬੜੀ ਇੰਡਸਟਰੀ ਆ ਗਈਆਂ, ਇੰਨੀਆਂ ਮਸ਼ੀਨਾਂ ਆ ਗਈਆਂ, ਤਾਂ ਮਸ਼ੀਨਾਂ ਨੇ ਕੀ ਕੀਤਾ, ਕੰਮ ਨੂੰ ਆਸਾਨ ਬਣਾ ਦਿੱਤਾ। ਤਾਂ ਹੁਣ ਜਿਹੜੀ ਮਸ਼ੀਨਾਂ ਨਾਲ ਚੀਜ਼ਾਂ ਬਣਦੀਆਂ ਨੇ ਉਹ ਸਸਤੀਆਂ ਪੈਂਦੀਆਂ ਨੇ, ਜਿਹੜੇ ਆਪਾਂ ਹੱਥ ਨਾਲ ਬਣਾਉਂਦੇ ਆ ਉਹਦੇ ਨਾਲੋਂ ਸਸਤੀਆਂ ਪੈਂਦੀਆਂ ਨੇ, ਤਾਂ ਕਰਕੇ ਇਹ ਜਿਹੜੇ ਕੁਟੀਰ ਉਦਯੋਗਾਂ ਦੇ ਉੱਤੇ ਬਹੁਤ ਹੀ ਮਾੜਾ ਪ੍ਰਭਾਵ ਪਿਆ ਆ। ਠੀਕ ਹੈ ਜੀ। ਤਾਂ ਹੁਣ ਇਹਦਾ ਇੰਪੋਰਟੈਂਸ ਕੀ ਆ, ਇਹ ਪੜ੍ਹਦੇ ਆ। ਇਹਨਾਂ ਉਦਯੋਗਾਂ ਦਾ ਜਿਹੜਾ ਲਾਭ ਹੈ ਬਹੁਤ ਜ਼ਿਆਦਾ ਆ। ਤਾਂ ਸਭ ਤੋਂ ਪਹਿਲਾਂ ਕੀ ਹੈ ਕਿ ਇਹ ਪਿੰਡਾਂ ਦੇ ਵਿੱਚ ਰੁਜ਼ਗਾਰ ਨੂੰ ਵਧਾਉਂਦਾ ਗਾ, ਜਿਸ ਤਰ੍ਹਾਂ ਦਾ ਉਦਯੋਗ ਲਗਾਉਂਦੇ ਆ, ਕਿਉਂਕਿ ਇਹਦੇ ਵਿੱਚ ਪਰਿਵਾਰ ਦੇ ਮੈਂਬਰ ਲੱਗੇ ਹੁੰਦੇ ਨੇ, ਹੱਥਾਂ ਨਾਲ ਕੰਮ ਹੁੰਦਾ ਗਾ, ਤਾਂ ਲੋਕਾਂ ਨੂੰ ਕੰਮ ਮਿਲਦਾ ਗਾ ਇਹਦੇ ਦੁਆਰਾ। ਠੀਕ ਹੈ ਜੀ। ਇਹਦੇ ਨਾਲ ਜਿਹੜੀ ਬੰਦੇ ਦੀ ਕਲਾਤਮਕ ਮਹਿੰਗਾਈ ਵਸਤੂਆਂ ਦਾ ਵੀ ਉਤਪਾਦਨ ਨੂੰ, ਕਲਾਤਮਕ ਮਤਲਬ ਜਿਵੇਂ ਕਿਸੇ ਬੰਦੇ ਦੇ ਵਿੱਚ ਕੋਈ ਹੁਨਰ ਹੈ, ਐਕਸਪੀਰੀਅੰਸ ਹੈ, ਤਾਂ ਉਹ ਇਸ ਤਰ੍ਹਾਂ ਦੇ ਉਦਯੋਗ ਨੂੰ ਸਥਾਪਿਤ ਕਰਕੇ, ਇਸ ਤਰ੍ਹਾਂ ਦਾ ਘਰ ਦੇ ਵਿੱਚ ਹੀ ਸਿਸਟਮ ਲਗਾ ਕੇ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰ ਸਕਦਾ ਤੇ ਪੈਸੇ ਦੀ ਕਮਾਈ ਕਰ ਸਕਦਾ। ਠੀਕ ਹੈ ਜੀ। ਤੇ ਇਹਦਾ ਹੋਰ ਕੀ ਹੈ ਕਿ ਪਿੰਡਾਂ ਤੋਂ ਸ਼ਹਿਰ ਵੱਲ ਜਾ ਰਹੇ, ਤੇ ਜਿਹੜੇ ਲੋਕ ਪਿੰਡਾਂ ਤੋਂ ਸ਼ਹਿਰ ਵੱਲ ਆਉਂਦੇ ਨੇ ਉਹਨਾਂ ਦੀ ਸੰਖਿਆ ਥੋੜੀ ਘਟ ਜੂਗੀ। ਕਿਉਂਕਿ ਉਹ ਪਿੰਡਾਂ ਦੇ ਵਿੱਚ ਹੀ ਆਪਣਾ ਕੰਮ ਕਾਰੋਬਾਰ ਸਟਾਰਟ ਕਰ ਸਕਦੇ ਹਨ। ਠੀਕ ਹੈ ਜੀ। ਤਾਂ ਇੱਥੇ ਤਿੰਨ ਉਦਯੋਗ, ਤਿੰਨ ਇੰਪੋਰਟੈਂਸ ਪੜ੍ਹੇ ਨੇ, ਵੈਸੇ ਤੇ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਨੇ। ਠੀਕ ਹੈ ਜੀ। ਨੈਕਸਟ ਕੀ ਹੈ, ਪਤਨ ਦਾ ਕਾਰਨ। ਹੁਣ ਇਹ ਕਿਉਂ ਬੰਦ ਹੋ ਗਿਆ? ਠੀਕ ਹੈ ਜੀ। ਕਾਜ਼ਜ਼ ਆਫ ਡਿਕਲਾਈਨ, ਕਿਉਂ ਬੰਦ ਹੋ ਗਿਆ, ਕਿਉਂ ਇਹਦਾ ਪਤਨ ਹੋ ਗਿਆ, ਕਿਉਂ ਖਤਮ ਹੋ ਗਿਆ? ਠੀਕ ਹੈ ਜੀ। ਤਾਂ ਸਭ ਤੋਂ ਪਹਿਲਾਂ ਮੇਨ ਕਾਰਨ ਕੀ ਹੈ ਇਹਦੇ ਪਤਨ ਹੋਣ ਦਾ, ਕਿ ਆਧੁਨਿਕ ਉਦਯੋਗਾਂ ਦੇ ਸਸਤੇ ਉਤਪਾਦਨ। ਹੁਣ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ ਕਿ ਸਸਤੇ ਉਤਪਾਦਨ ਕੀਤੇ ਜਾਣ ਲੱਗ ਗਏ, ਕਿਉਂਕਿ ਵੱਡੇ ਉਦਯੋਗ ਆ ਗਏ। ਤਾਂ ਹੁਣ ਵੱਡੇ ਉਦਯੋਗਾਂ ਦੇ ਵਿੱਚ ਮਸ਼ੀਨਾਂ ਯੂਜ਼ ਹੁੰਦੀਆਂ, ਤਾਂ ਮਸ਼ੀਨਾਂ ਨਾਲ ਜਿਹੜਾ ਸਮਾਨ ਬਣਦਾ ਗਾ ਜਾਂ ਕੋਈ ਚੀਜ਼ ਬਣਦੀ ਹੈ ਤਾਂ ਉਹ ਸਸਤੀ ਪੈਂਦੀ ਹੈ ਹੱਥਾਂ ਨਾਲ ਜਿਹੜੀ ਚੀਜ਼ ਬਣਦੀ ਹੈ ਉਹਦੇ ਨਾਲੋਂ। ਠੀਕ ਹੈ ਜੀ। ਤਾਂ ਕਰਕੇ ਉਹ ਕੀ ਹੋ ਗਿਆ, ਇਹਨੂੰ ਮਾਤ ਦੇਤਾ ਬੜੀ ਇੰਡਸਟਰੀ ਨੇ। ਇਹਨਾਂ ਨੂੰ ਉਚਿਤ ਮਾਤਰਾ ਦੇ ਵਿੱਚ ਸਸਤਾ
ਤੇ ਇਹਨੂੰ ਸਸਤਾ ਵੇਚਿਆ ਨਹੀਂ ਜਾ ਸਕਦਾ। ਜਿਹੜੀ ਆਪਾਂ ਕੁਟੀਰ ਉਦਯੋਗਾਂ ਦੇ ਵਿੱਚ ਪ੍ਰੋਡਕਟ ਤਿਆਰ ਕਰਦੇ ਆ ਉਹਨੂੰ ਸਸਤੀ ਕੀਮਤ ਤੇ ਵੇਚ ਨਹੀਂ ਸਕਦੇ, ਕਿਉਂਕਿ ਆਪਾਂ ਨੇ ਤਾਂ ਇੱਕ ਤਾਂ ਮਿਹਨਤ ਲਗਾਈ ਆ, ਉਸ ਤੋਂ ਬਾਅਦ ਆਪਾਂ ਥੋੜਾ ਪ੍ਰੋਫਿਟ ਮਾਰਜਨ ਵੀ ਲਗਾਉਂਦੇ ਆ ਆਪਣਾ, ਤਾਂ ਫਿਰ ਤਾਂ ਕਰਕੇ ਉਹ ਕੀ ਪੈ ਜਾਂਦਾ, ਮਹਿੰਗਾ ਪੈ ਜਾਂਦਾ ਗਾ। ਠੀਕ ਹੈ ਜੀ, ਇਹ ਕਾਰਨ ਇਹਦਾ ਪਤਨ ਹੋਣ ਦਾ। ਠੀਕ ਹੈ, ਪੇਂਡੂ ਦਸਤਕਾਰਾਂ ਨੂੰ ਆਧੁਨਿਕ ਵਪਾਰ ਉਨਤੀਆਂ, ਖੋਜਾਂ, ਡਿਜ਼ਾਈਨ, ਵਿਕਰੀ ਅਤੇ ਵਿਗਿਆਪਨ ਤਕਨੀਕਾਂ ਦਾ ਗਿਆਨ। ਹੁਣ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਲੋਕਾਂ ਨੇ ਆਪਣਾ ਇਹ ਇਸ ਤਰ੍ਹਾਂ ਦਾ ਛੋਟਾ ਮੋਟਾ ਉਦਯੋਗ ਕੀਤਾ ਹੋਇਆਗਾ, ਤਾਂ ਉਹਨਾਂ ਕੋਲ ਤਾਂ ਇੰਨਾ ਉਹ ਹੈ ਨਹੀਂ ਕਿ ਉਹ ਖੋਜ ਕਰਨ ਵੀ ਇਸ ਨੂੰ ਕਿਵੇਂ ਹੋਰ ਤੋਂ ਹੋਰ ਪਰਫੈਕਟ ਬਣਾਇਆ ਜਾਵੇ। ਠੀਕ ਹੈ ਜੀ, ਜਾਂ ਫਿਰ ਹੋਰ ਵੀ ਕਈ ਤਰੀਕੇ ਨਾਲ ਬਣਾਇਆ ਜਾਵੇ। ਠੀਕ ਹੈ ਜੀ, ਡਿਜ਼ਾਈਨਸ ਵੀ ਨਹੀਂ ਉਹ ਇੰਨੇ ਉਹ ਕਰ ਪਾਉਂਦੇ ਹੁੰਦੇ। ਹੁਣ ਜਿਹੜਾ ਉਹਨਾਂ ਨੂੰ ਡਿਜ਼ਾਈਨ ਸਿੱਖਿਆ ਹੁੰਦਾ ਉਹੀ ਡਿਜ਼ਾਈਨ ਉਹ ਚੱਲੀ ਜਾਂਦਾ ਹੁੰਦਾ ਗਾ, ਪੁਰਾਣਾ ਦਾ ਪੁਰਾਣਾ। ਠੀਕ ਹੈ ਜੀ, ਵਿਕਰੀ ਦਾ ਕੋਈ ਤਰੀਕਾ ਨਹੀਂ ਹੁੰਦਾ ਕਿ ਕਿਸ ਤਰ੍ਹਾਂ ਆਪਣੀ ਸੇਲਸ ਨੂੰ बढ़ाया जाए, किस तरह एडवरटीजमेंट की जाए, किस तरह मतलब अपने प्रोडक्ट ਨੂੰ ज़्यादा तो ज़्यादा लोगों तक पहुँचाया जाए। ये कोई ਉਹ नहीं ਹੁੰਦਾ, ਤਾਂ ਕਰਕੇ ਇਹ ਕੀ ਹੋ ਗਿਆ, खत्म हो गया। ਇਹਨਾਂ ਦੀ ਵਿਕਰੀ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਇਹਨਾਂ ਦੀ ਵਿਕਰੀ ਨੂੰ ਉਤਸ਼ਾਹ ਦਿੱਤਾ ਜਾਂਦਾ ਹੈ ਅਤੇ ਆਰਥਿਕ ਸਹਾਇਤਾ ਦਿੱਤੀ। ਸੌਰੀ, ਇਹ ਤਾਂ ਉਪਾਅ ਨੇ, ਸੌਰੀ, ਇਹ ਸੀਗਾ ਪਤਨ ਦੇ ਕਾਰਨ। ਪਤਾ ਚੱਲ ਗਿਆ ਕਿ ਇਹ ਸਸਤੇ ਨਹੀਂ ਹੁੰਦੇ, ਬੜੇ ਉਦਯੋਗਾਂ ਨਾਲ ਇਹਨਾਂ ਦਾ ਕੰਪੀਟੀਸ਼ਨ ਹੁੰਦਾ ਗਾ, ਔਰ ਇਹਨੂੰ ਵਿਕਰੀ, ਡਿਜ਼ਾਈਨ, ਖੋਜ, ਇਨਵੈਂਸ਼ਨ ਵਗੈਰਾ ਕੁਛ ਨਹੀਂ ਹੁੰਦਾ, ਜਿਸ ਕਰਕੇ ਇਹਦਾ ਜੋ ਇਹਦੀ ਮਾਲ ਦੀ ਚਰਚਾ ਹੁੰਦੀ ਹੈ ਉਹ ਜ਼ਿਆਦਾ ਨਹੀਂ ਹੋ ਪਾਉਂਦੀ ਹੁੰਦੀ। ਠੀਕ ਹੈ ਜੀ, ਹੁਣ ਇਹਦੇ ਉਪਾਅ ਕੀ ਨੇ, ਇਸ ਨੂੰ ਕਿਵੇਂ ਮਤਲਬ ਰੋਕਿਆ ਜਾ ਸਕਦਾ, ਇਹਦੇ ਪਤਨ ਨੂੰ ਕਿਵੇਂ ਰੋਕਿਆ ਜਾ ਸਕਦਾ ਗਾ। ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੀ ਸਥਾਪਨਾ ਕੀਤੀ ਗਈ, ਜੋ ਇਹਨਾਂ ਉਦਯੋਗਾਂ ਦੀਆਂ ਵਿਸ਼ੇਸ਼ ਲੋੜਾਂ ਦੀ ਦੇਖਭਾਲ ਕਰਦਾ ਹੈ। ਅਜਿਹੇ ਮਤਲਬ ਗ੍ਰਾਮੀਣ ਉਦਯੋਗ ਯਾਨੀ ਕਿ ਪਿੰਡਾਂ ਦੇ ਵਿੱਚ ਅਜਿਹੇ ਉਦਯੋਗ ਕਮਿਸ਼ਨ, ਅਜਿਹੇ ਕਮਿਸ਼ਨ ਜਾਂ ਸੰਸਥਾ ਸਥਾਪਿਤ ਕੀਤੇ ਗਏ ਜੋ ਕਿ ਇਹਨਾਂ ਉਦਯੋਗਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਨੇ। ਇਹਨਾਂ ਨੂੰ ਕੋਈ ਵੀ ਸਹਾਇਤਾ ਜ਼ਰੂਰਤ ਹੁੰਦੀ ਹੈ ਤਾਂ ਉਹਨਾਂ ਨੂੰ ਦੇਖਭਾਲ ਕਰਦੇ ਨੇ ਉਹਨਾਂ ਦੀ। ਠੀਕ ਹੈ ਜੀ, ਇਹਨਾਂ ਦੀ ਵਿਕਰੀ ਨੂੰ ਉਤਸ਼ਾਹ ਦਿੰਦੇ ਨੇ ਕਿ ਇਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਕੀ ਹੋਵੇ, ਸੇਲ ਹੋਵੇ, ਤਾਂ ਉਹਨਾਂ ਨੂੰ ਉਤਸ਼ਾਹਿਤ ਕਰਦੇ ਨੇ, ਆਰਥਿਕ ਸਹਾਇਤਾ ਦਿੰਦੇ। ਨੈਕਸਟ ਕੀ ਹੈ, ਇਹਨਾਂ ਨੂੰ ਡਿਜ਼ਾਈਨਾਂ, ਉਤਪਾਦਨ ਅਤੇ ਵਿਕਰੀ ਸੰਬੰਧੀ ਸਲਾਹ ਦੇਣ ਲਈ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਜਾਂਦੀਆਂ। ਇਹਨਾਂ ਨੂੰ ਡਿਜ਼ਾਈਨ ਦੇ, ਜਿਵੇਂ ਕਿ ਹੁਣ ਉਹਦੇ ਵਿੱਚ ਜੋ ਆਪਾਂ ਨੇ ਪੜ੍ਹਿਆ ਨਾ ਪਤਨ ਦੇ ਕਾਰਨ, ਉਹਨੂੰ ਹੀ ਸੋਲਵ ਕਰਨ ਦੇ ਲਈ ਉਪਾਏ ਕੱਢੇ ਗਏ, ਤਰੀਕੇ ਕੱਢੇ ਗਏ, ਤਾਂ ਉਹਨਾਂ ਨੂੰ ਨਵੇਂ ਡਿਜ਼ਾਈਨ ਦੱਸੇ ਗਏ, ਸਿਖਾਏ ਗਏ, ਉਤਪਾਦਨ ਤਰੀਕੇ ਦੱਸੇ ਗਏ, ਵਿਕਰੀ ਸੰਬੰਧੀ ਸਲਾਹ ਦਿੱਤੀ ਗਈ ਕਿ ਤੁਸੀਂ ਇਸ ਤਰ੍ਹਾਂ ਆਪਣਾ ਪ੍ਰਚਾਰ ਕਰੋ ਪ੍ਰੋਡਕਟ ਦੀ। ਠੀਕ ਹੈ ਜੀ, ਇਹ ਸੀਗਾ ਇਹਦੇ ਉਪਾਅ। ਠੀਕ ਹੈ ਜੀ, ਹੁਣ ਇਹ ਤਾਂ ਸੀਗਾ ਆਪਣਾ ਕੋਟੇਜ ਇੰਡਸਟਰੀਜ਼। ਠੀਕ ਹੈ, ਹੁਣ ਸੈਕੰਡ ਜੋ ਹੈ ਆਪਣਾ ਨॉन ਫੈਕਟਰੀ ਮੈਨੂਫੈਕਚਰਿੰਗ ਯੂਨਿਟ ਦੇ ਵਿੱਚ ਉਹ ਕੀ ਹੈ, ਸਮਾਲ ਸਕੇਲ ਇੰਡਸਟਰੀ, ਲਘੂ ਜਾਂ ਛੋਟੇ ਆਕਾਰ ਦੇ ਉਦਯੋਗ। ਹੁਣ ਇਹਦਾ ਅਰਥ ਹੁਣ ਇਹਦੇ ਨਾਮ ਤੋਂ ਹੀ ਪਤਾ ਚੱਲਦਾ, ਲਘੂ, ਛੋਟਾ, ਯਾਨੀ ਬਹੁਤ ਛੋਟਾ ਉਦਯੋਗ। ਠੀਕ ਹੈ ਜੀ, ਛੋਟੇ ਉਦਯੋਗਾਂ ਦੀਆਂ ਪਰਿਭਾਸ਼ਾਵਾਂ ਵੱਖ-ਵੱਖ ਆਧਾਰ ਤੇ ਕੀਤੀਆਂ ਜਾਂਦੀਆਂ ਹਨ, ਪਰ ਜੂਨ 1997 ਤੋਂ ਛੋਟੇ ਉਦਯੋਗਾਂ ਵਿੱਚ ਉਹਨਾਂ ਸਭ ਕਾਰਖਾਨਿਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ 3 ਕਰੋੜ ਰੁਪਏ ਬੰਦੀ ਪੂੰਜੀ ਦਾ ਨਿਵੇਸ਼ ਹੋਇਆ ਹੋਵੇ। ਕਹਿੰਦੇ ਨੇ ਕਿ ਛੋਟੇ ਉਦਯੋਗ ਦੇ ਵਿੱਚ ਨਾ ਕਈ ਸਾਰੀ ਪਰਿਭਾਸ਼ਾਵਾਂ ਦੇ ਸਕਦੇ ਆ ਕਿ ਛੋਟਾ ਉਦਯੋਗ ਕੀ ਹੁੰਦਾ ਗਾ, ਪਰ ਮੇਨਲੀ ਇਹਦਾ ਜੋ ਡੈਫੀਨੇਸ਼ਨ ਕੀ ਦਿੱਤੀ ਗਈ ਕਿ ਜਿਨ੍ਹਾਂ ਕਾਰਖਾਨਿਆਂ ਦੇ ਵਿੱਚ 3 ਕਰੋੜ ਰੁਪਏ ਦਾ ਬੰਦੀ ਪੂੰਜੀ ਦਾ ਯਾਨੀ ਫਿਕਸਡ ਕੈਪੀਟਲ, ਯਾਨੀ ਕਿ 3 ਕਰੋੜ ਫਿਕਸਡ ਡਿਪੋਜ਼ਿਟ ਕੈਪੀਟਲ ਆ, ਅਗਰ ਇੰਨਾ ਇਨਵੈਸਟਮੈਂਟ ਕਿਸੇ ਕਾਰਖਾਨੇ ਦੇ ਵਿੱਚ ਹੁੰਦਾ ਗਾ ਤਾਂ ਉਹ ਸਮਝ ਲਓ ਕਿਹੜਾ ਉਦਯੋਗ ਆ, ਉਹ ਲਘੂ ਜਾਂ ਛੋਟਾ ਉਦਯੋਗ ਆ। ਸਹਾਇਕ ਉਦਯੋਗ ਵਿੱਚ ਪੂੰਜੀ ਦੀ ਸੀਮਾ 3 ਕਰੋੜ ਰੁਪਏ ਹੈ ਅਤੇ ਬਹੁਤ ਛੋਟੇ ਉਦਯੋਗ ਵਿੱਚ ਪੂੰਜੀ ਦੀ ਸੀਮਾ 25 ਲੱਖ ਰੁਪਏ ਨਿਰਧਾਰਿਤ ਕੀਤੀ ਗਈ ਹੈ। ਠੀਕ ਹੈ, ਤੇ ਜਿਨ੍ਹਾਂ ਉਦਯੋਗਾਂ ਵਿੱਚ 3 ਕਰੋੜ ਰੁਪਏ ਦਾ ਨਿਵੇਸ਼ ਹੁੰਦਾ ਗਾ ਉਹਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਹੈ ਬਦੀ ਪੂੰਜੀ ਦਾ ਨਿਵੇਸ਼ ਹੁੰਦਾ ਗਾ, ਤਾਂ ਉਹ ਸਮਝ ਲਓ ਫਿਕਸਡ ਕੈਪੀਟਲ ਦਾ ਇਨਵੈਸਟਮੈਂਟ ਹੁੰਦਾ। ਸੌਰੀ, ਫਿਕਸਡ ਕੈਪੀਟਲ ਕਿਹੜੇ ਹੁੰਦੇ ਨੇ, ਜਿਨ੍ਹਾਂ ਦੀ ਜਿਹੜੀ ਹੈਗੀ ਹੈ ਕੀਮਤ ਕਦੇ ਵੀ ਘਟਦੀ ਵੱਧਦੀ ਨਹੀਂ ਹੈ। ਠੀਕ ਹੈ ਜੀ, ਫਿਕਸਡ ਕੈਪੀਟਲ ਹੁੰਦੀ ਆ ਇਹ, यानी कि स्थिर पूंजी। ठीक है जी। और जिन्ना उद्योगां सहायक उद्योग वो हुंदे हन, सहायक यानी कि एंसिलियरी इंडस्ट्री वो हुंदी है जिन्हां विच 3 करोड़ सिर्फ 3 करोड़ रुपए दी सीमा तक ही ਉਹਦੇ ਵਿੱਚ ਇਨਵੈਸਟਮੈਂਟ ਹੁੰਦੀ ਹੈ। और बहुत छोटे उद्योग ਉਹ उद्योग ਹੁੰਦੇ ਹਨ ਜਿਨ੍ਹਾਂ ਦੇ ਵਿੱਚ 25 ਲੱਖ ਰੁਪਏ ਦਾ ਨਿਰਧਾਰਿਤ ਕੀਤਾ ਗਿਆ ਹੈ ਵੀ ਜਿੰਨਾ बस ਇਹਦੇ ਵਿੱਚ ਮੇਨ ਇਹੀ ਰੱਖ ਲਓ ਕਿ ਛੋਟੇ ਉਦਯੋਗ ਅਤੇ ਅਤੀ ਛੋਟੇ ਉਦਯੋਗ, ਠੀਕ ਹੈ, ਲਘੂ ਅਤੇ ਅਤੀ ਲਘੂ ਦੇ ਵਿੱਚ 3 ਕਰੋੜ ਰੁਪਏ ਵਧੀ ਪੂੰਜੀ ਦਾ ਨਿਵੇਸ਼ ਹੋਣਾ ਚਾਹੀਦਾ ਔਰ ਅਤੀ ਲਘੂ ਦੇ ਵਿੱਚ 25 ਲੱਖ ਰੁਪਏ ਦਾ ਹੋਣਾ ਚਾਹੀਦਾ ਇਨਵੈਸਟਮੈਂਟ। ਭਾਰਤ ਵਿੱਚ ਸਨ 1996-97 ਵਿੱਚ 27,24,000 ਲਘੂ ਉਦਯੋਗ ਸਨ। ਦੇਖੋ ਹੁਣ 96-97 ਦੇ ਵਿੱਚ ਕਿੰਨੇ ਉਦਯੋਗ ਸੀਗੇ? 27,24,000 ਲਘੂ ਉਦਯੋਗ ਸੀਗੇ। ਲਘੂ ਉਦਯੋਗ ਕਿਹੜੇ ਉਦਯੋਗ ਨੇ? ਜਿਨ੍ਹਾਂ ਵਿੱਚ 3 ਲੱਖ ਦਾ ਵਧੀ ਪੂੰਜੀ ਦਾ ਨਿਵੇਸ਼ ਹੁੰਦਾ ਗਾ। ਅਤੇ 2003-04 ਦੇ ਵਿੱਚ 115.22 ਲੱਖ ਟਨ, ਜਦੋਂ ਕਿ ਪੰਜਾਬ ਵਿੱਚ 1,88,000 ਲਘੂ ਉਦਯੋਗ ਅਤੇ 415 ਵੱਡੇ ਅਤੇ ਮੱਧ ਪੱਧਰ ਦੇ ਉਦਯੋਗ ਸਨ। ਇਹ ਸਾਰੇ ਡਾਟਾ ਲਿਖੇ ਨੇ ਵੀ
किस सन दे विच किन्ने इंडस्ट्री सीगियां लघु उद्योग दियां। ਹੁਣ ਇੱਥੇ ਤੱਕ ਆਪਾਂ ਨੇ ਪੜ੍ਹ ਲਿਆ ਕਿ ਲਘੂ ਉਦਯੋਗ ਦੇ ਵਿੱਚ ਕਿਹੜੀ ਇੰਡਸਟਰੀ ਆਉਂਦੀ ਹੈ, ਜਿੱਥੇ ਕਿੱਥੇ ਕਿੰਨਾ ਤੱਕ ਇਨਵੈਸਟਮੈਂਟ ਹੋਣਾ ਚਾਹੀਦਾ। ਕੁਟੀਰ ਉਦਯੋਗ ਵੀ ਪੜ੍ਹ ਲਿਆ। ਹੁਣ ਮੇਨਲੀ ਇਹਦੇ ਵਿੱਚ ਜਦੋਂ ਆਪਾਂ ਡਿਫਰੈਂਸ ਪੜਾਂਗੇ ਨਾ ਤਾਂ ਇਹ ਦੋਨਾਂ ਦੇ ਵਿੱਚ ਜੋ ਕਨਫਿਊਜ਼ਨ ਹੈ ਕਿ ਦੋਨਾਂ ਦੇ ਵਿੱਚ ਪਤਾ ਨਹੀਂ ਚੱਲਦਾ ਕਿ ਵੀ ਜ਼ਿਆਦਾ ਕਨਫਿਊਜ਼ਨ ਜੋ ਹੈ ਉਹ ਆਪਣੀ ਇਹ ਡਿਫਰੈਂਸ ਪੜ੍ਹਨ ਤੋਂ ਬਾਅਦ ਕਲੀਅਰ ਹੋ ਜੂਗੀ। ਠੀਕ ਹੈ, ਜਦੋਂ ਆਪਾਂ ਇਹਨਾਂ ਦਾ ਡਿਫਰੈਂਸ ਪੜ੍ਹ ਲਾਂਗੇ, ਇਹਨਾਂ ਦੇ ਵਿੱਚ ਬਿਟਵੀਨ ਇਹਨਾਂ ਦੇ ਵਿਚਕਾਰ ਕੀ ਅੰਤਰ ਹੈ ਲਘੂ ਉਦਯੋਗ ਅਤੇ ਕੁਟੀਰ ਉਦਯੋਗ ਦੇ ਵਿੱਚ। ਠੀਕ ਹੈ ਜੀ, ਤਾਂ ਫਸਟ ਆਪਣਾ ਪੁਆਇੰਟ ਕੀ ਹੈ, ਸਭ ਤੋਂ ਪਹਿਲਾਂ ਕੀ ਹੈ, ਰਾਜਕੋਸ਼ੀ ਆਯੋਗ ਨੇ ਕੁਟੀਰ ਅਤੇ ਛੋਟੇ ਉਦਯੋਗ ਦੇ ਅੰਤਰ ਨੂੰ ਸਪਸ਼ਟ ਕਰਦੇ ਹੋਏ ਲਿਖਿਆ ਹੈ ਕਿ ਕੁਟੀਰ ਉਦਯੋਗ ਸਧਾਰਨ ਤੌਰ ਤੇ ਪੇਂਡੂ ਖੇਤਰਾਂ ਵਿੱਚ ਖੇਤੀ ਨਾਲ ਸੰਬੰਧਿਤ ਹੁੰਦੇ ਹਨ। ਮਤਲਬ ਕਿ ਜਿਹੜੇ ਫਿਜ਼ੀਕਲ ਆਯੋਗ ਯਾਨੀ ਕਿ ਫਿਜ਼ੀਕਲ ਕਮਿਸ਼ਨ ਦੇ ਲੋਕ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਕੁਟੀਰ ਅਤੇ ਛੋਟੇ ਉਦਯੋਗਾਂ ਦੇ ਵਿੱਚ ਮੇਨ ਡਿਫਰੈਂਸ ਇਹ ਹੈ ਕਿ ਕੁਟੀਰ ਉਦਯੋਗਾਂ ਨੂੰ ਨਾ ਸਧਾਰਨ ਤੌਰ ਤੇ ਪੇਂਡੂ ਖੇਤਰ ਦੇ ਵਿੱਚ ਲਗਾਇਆ ਜਾਂਦਾ। ਕਿਉਂ ਪੇਂਡੂ ਖੇਤਰ ਵਿੱਚ ਲਗਾਇਆ ਜਾਂਦਾ? ਕਿਉਂਕਿ ਇਹ ਖੇਤਾਂ ਨਾਲ ਰਿਲੇਟਡ ਹੁੰਦਾ ਗਾ ਅਤੇ ਲੋਕਾਂ ਨੂੰ ਪੂਰੇ ਸਮੇਂ ਦੇ ਲਈ ਰੁਜ਼ਗਾਰ ਪ੍ਰਦਾਨ ਕਰਦਾ ਹੈ। ਕਿਉਂਕਿ ਹੁਣ ਦੇਖੋ ਖੇਤੀ ਤਾਂ ਪੂਰੇ ਸਮੇਂ ਦੇ ਲਈ ਲੋਕਾਂ ਨੂੰ ਰੁਜ਼ਗਾਰ ਪ੍ਰਦਾਨ ਨਹੀਂ ਕਰ ਸਕਦੀ, ਇਸ ਕਰਕੇ ਕੀ ਹੈ ਕੁਟੀਰ ਉਦਯੋਗ ਲਗਾਏ ਗਏ ਤਾਂ ਜੋ ਜਦੋਂ ਖੇਤੀ ਦਾ ਸੀਜ਼ਨ ਹੋਵੇ ਤਾਂ ਖੇਤੀ ਕਰ ਲੈਣ, ਉਸ ਤੋਂ ਬਾਅਦ ਜਦੋਂ ਉਹਨਾਂ ਕੋਲ ਖੇਤੀ ਦਾ ਸੀਜ਼ਨ ਨਹੀਂ ਤਾਂ ਉਹ ਕੁਟੀਰ ਉਦਯੋਗ ਦੇ ਵਿੱਚ ਆਪਣਾ ਕੰਮ ਕਰਕੇ ਪੈਸੇ ਕਮਾ ਸਕਣ। ਜਦੋਂ ਕਿ ਲਘੂ ਉਦਯੋਗ ਸ਼ਹਿਰੀ ਅਤੇ ਅਰਧ ਸ਼ਹਿਰੀ ਖੇਤਰਾਂ ਵਿੱਚ ਸਥਾਪਿਤ ਕੀਤੇ ਜਾਂਦੇ ਆ ਅਤੇ ਉਹਨਾਂ ਨੇ ਕਿਹਾ ਕਿ ਜਦੋਂ ਕਿ ਲਘੂ ਉਦਯੋਗ ਦਾ ਮਤਲਬ ਹੈ ਕਿ ਜਿਹੜੇ ਕਿ ਅਰਧ ਸ਼ਹਿਰੀ ਮਤਲਬ ਅੱਧੇ ਥੋੜੀ ਸ਼ਹਿਰੀ ਹੋਣ ਅੱਧੇ ਪਿੰਡੂ ਹੋਣ, ਅਰਧ ਸ਼ਹਿਰੀ ਅਤੇ ਜਾਂ ਸ਼ਹਿਰਾਂ ਦੇ ਵਿੱਚ ਲਗਾਏ ਜਾਂਦੇ ਹਨ ਅਤੇ ਕਿਰਤੀਆਂ ਨੂੰ ਪੂਰਨ ਕਾਲ ਰੁਜ਼ਗਾਰ ਪ੍ਰਦਾਨ, ਪੂਰਨ ਕਾਲ ਮਤਲਬ ਪੂਰੇ ਸਮੇਂ ਦੇ ਲਈ, ਲੰਬੇ ਸਮੇਂ ਦੇ ਲਈ ਰੁਜ਼ਗਾਰ ਪ੍ਰਦਾਨ ਕਰਦੇ ਹਨ। ਕੁਟੀਰ ਉਦਯੋਗਾਂ ਅਤੇ ਛੋਟੇ ਉਦਯੋਗਾਂ ਦੇ ਵਿੱਚ ਹੇਠ ਲਿਖੇ ਅੰਤਰ ਹੈ। ਮਤਲਬ ਇਹ ਸੀਗਾ ਫਿਜ਼ੀਕਲ ਕਮਿਸ਼ਨ ਯਾਨੀ ਕਿ ਰਾਜਕੋਸ਼ੀ ਆਯੋਗ ਨੇ ਡਿਫਰੈਂਸ ਦੱਸਿਆ ਸੀਗਾ ਕਿ ਕੁਟੀਰ ਉਦਯੋਗ ਨੂੰ ਆਪਾਂ ਪਿੰਡਾਂ ਦੇ ਵਿੱਚ ਲਗਾਉਂਦੇ ਆ ਔਰ ਲਘੂ ਉਦਯੋਗ ਨੂੰ ਆਪਾਂ ਸ਼ਹਿਰਾਂ ਦੇ ਵਿੱਚ ਲਗਾਉਂਦੇ ਆ। ਠੀਕ ਹੈ ਜੀ, ਤੇ ਹੁਣ ਮੇਨ ਇਹਦੇ ਡਿਫਰੈਂਸ ਅੱਗੇ ਹੋਰ ਨੇ ਕੀ ਨੇ। ਕੁਟੀਰ ਉਦਯੋਗ ਜ਼ਿਆਦਾਤਰ ਪਿੰਡਾਂ ਦੇ ਵਿੱਚ ਹੁੰਦੇ ਹਨ ਅਤੇ ਸਾਰੇ ਦੇਸ਼ ਵਿੱਚ ਫੈਲੇ ਹੁੰਦੇ ਹਨ। ਕੁਟੀਰ ਉਦਯੋਗ ਕੀ ਪਤਾ ਚੱਲ ਗਿਆ, ਸਾਰੇ ਦੇਸ਼ ਦੇ ਵਿੱਚ ਫੈਲੇ ਹੁੰਦੇ ਹਨ, ਪਰੰਤੂ ਛੋਟੇ ਉਦਯੋਗ ਜ਼ਿਆਦਾਤਰ ਸ਼ਹਿਰਾਂ ਵਿੱਚ ਹੀ ਹੁੰਦੇ ਹਨ। ਮੇਨ ਇਹੀ ਡਿਫਰੈਂਸ ਹੈ। ਕੁਟੀਰ ਉਦਯੋਗ ਵਿੱਚ ਪਰਿਵਾਰ ਦੇ ਮੈਂਬਰ ਹੀ ਕੰਮ ਕਰਦੇ ਹਨ, ਪਰੰਤੂ ਲਘੂ ਉਦਯੋਗ ਦੇ ਵਿੱਚ ਭਾੜੇ ਦੇ ਮਜ਼ਦੂਰ ਵੀ ਲਗਾ ਸਕਦੇ ਆ। ਦੂਸਰਾ ਡਿਫਰੈਂਸ ਦੇਖੋ, ਉਹਦੇ ਵਿੱਚ ਆਪਾਂ ਨੇ ਪੜ੍ਹਿਆ ਸੀ ਨਾ ਕਿ ਫੈਮਿਲੀ ਮੈਂਬਰ ਹੀ ਕੰਮ ਕਰ ਸਕਦੀ ਹੈ ਜਾਂ ਫਿਰ ਆਪਣੇ ਦੋਸਤ ਮਿੱਤਰ ਨੂੰ ਆਪਾਂ ਲਗਾ ਸਕਦੇ ਹਾਂ ਨਾਲ। ਠੀਕ ਹੈ, ਪਰ ਇਹਦੇ ਵਿੱਚ ਆਪਾਂ ਜੇ ਚਾਹੀਏ ਨਾ ਤਾਂ ਕਿਉਂਕਿ ਇਹਦੇ ਵਿੱਚ 3 ਕਰੋੜ ਰੁਪਏ ਤੱਕ ਦਾ ਨਿਵੇਸ਼ ਹੁੰਦਾ ਗਾ ਤਾਂ ਇਹਦੇ ਵਿੱਚ ਆਪਾਂ ਬਾਹਰੋਂ ਕਿਸੇ ਮਜ਼ਦੂਰ ਨੂੰ ਹਾਇਰ ਕਰਕੇ ਵੀ ਲਗਾ ਸਕਦੇ ਹਾਂ। ਠੀਕ ਹੈ ਜੀ, ਜਿਵੇਂ ਦੇਖਿਆ ਹੋਊਗਾ ਜੁੱਤਾ ਕੰਪਨੀਆਂ ਹੁੰਦੀਆਂ ਨੇ, ਛੋਟੇ ਛੋਟੇ ਖੋਲੇ ਹੁੰਦੇ ਨੇ ਆਪਣੇ ਕੈਂਚੀ ਦੇ ਉਦਯੋਗ ਖੋਲੇ ਹੁੰਦੇ ਨੇ ਜਾਂ ਫਿਰ ਕੋਈ ਜੁੱਤਾ ਕੰਪਨੀਆਂ ਜੁੱਤਾ ਬਣਾਉਣ ਵਾਲੀਆਂ ਫੈਕਟਰੀਆਂ ਹੁੰਦੀਆਂ ਨੇ, ਉਹਨਾਂ ਨੇ ਆਪਣਾ ਖੋਲਿਆ ਹੁੰਦਾ ਗਾ ਤਾਂ ਉਹ ਕੀ ਕਰਦੇ ਨੇ ਦੂਸਰੇ ਬੰਦੇ ਨੂੰ ਕੰਮ ਕਰਨ ਦੇ ਲਈ ਆਪਣੇ ਕੰਪਨੀ ਦੇ ਵਿੱਚ ਵੀ ਰੱਖ ਲੈਂਦੇ ਹੁੰਦੇ ਨੇ। ਕੁਟੀਰ ਉਦਯੋਗ ਆਮ ਤੌਰ ਤੇ ਸਥਾਨਕ ਮੰਗ ਦੀ ਪੂਰਤੀ ਕਰਦੇ ਹਨ। ਕੁਟੀਰ ਉਦਯੋਗ ਸਥਾਨਕ ਮੰਗ ਕਿਉਂਕਿ ਆਪਾਂ ਨੇ ਪੜ੍ਹਿਆ ਸੀ ਨਾ ਕਿ ਇਹ ਆਮ ਤੌਰ ਤੇ ਸਥਾਨਕ ਲੋੜਾਂ ਨੂੰ ਪੂਰਾ ਕਰਨ ਦੇ ਲਈ ਲਗਾਏ ਜਾਂਦੇ ਹਨ, ਉਹੀ ਦੱਸਿਆ ਗਿਆ ਹੈ। ਜਦੋਂ ਕਿ ਲਘੂ ਉਦਯੋਗ ਸ਼ਹਿਰਾਂ ਅਤੇ ਅਰਧ ਸ਼ਹਿਰੀ ਖੇਤਰਾਂ ਦੇ ਮਾਲ ਪੈਦਾ ਕਰਦੇ ਹਨ। ਮਤਲਬ ਇਹੀ ਹੈ ਕਿ ਇਹ ਸਥਾਨਕ ਯਾਨੀ ਕਿ ਪਿੰਡਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਾਏ ਜਾਂਦੇ ਹਨ, ਇਹ ਸ਼ਹਿਰਾਂ ਅਤੇ ਅਰਧ ਸ਼ਹਿਰੀ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਗਾਏ ਜਾਂਦੇ ਹਨ। ਠੀਕ ਹੈ ਜੀ, ਬਾਜ਼ਾਰ ਉਤਪਾਦਨ ਦਾ ਬਾਜ਼ਾਰ ਵਿਸਤ੍ਰਿਤ ਹੁੰਦਾ ਹੈ ਤੇ ਇਹਦਾ ਬਾਜ਼ਾਰ ਕੀ ਹੁੰਦਾ ਵਿਸਤ੍ਰਿਤ, ਕਿਉਂਕਿ ਸ਼ਹਿਰਾਂ ਦੇ ਵਿੱਚ ਹੁੰਦਾ ਗਾ ਤੇ ਸ਼ਹਿਰਾਂ ਦਾ ਬਾਜ਼ਾਰ ਤਾਂ ਵਿਸਤ੍ਰਿਤ ਹੋਊਗਾ। ਠੀਕ ਹੈ ਜੀ, ਕੁਟੀਰ ਉਦਯੋਗਾਂ ਵਿੱਚ ਆਮ ਤੌਰ ਤੇ ਔਜ਼ਾਰ ਨਾਲ ਉਤਪਾਦਨ, ਹੁਣ ਕੁਟੀਰ ਉਦਯੋਗਾਂ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਇਹਦੇ ਵਿੱਚ ਔਜ਼ਾਰ ਨਾਲ ਕੰਮ ਲਿਆ ਜਾਂਦਾ ਜਾਂ ਹੱਥਾਂ ਨਾਲ ਕੰਮ ਲਿਆ ਜਾਂਦਾ ਗਾ। ਠੀਕ ਹੈ, ਔਜ਼ਾਰ ਮਤਲਬ ਇੰਸਟਰੂਮੈਂਟ, ਜਿਵੇਂ ਕੋਈ ਛੋਟਾ ਮੋਟਾ ਇੰਸਟਰੂਮੈਂਟ ਹੋਵੇ ਕੰਮ ਕਰਨ ਦਾ, ਉਸ ਨਾਲ ਕੰਮ ਲਿਆ ਜਾਂਦਾ ਗਾ। ਜਦੋਂ ਕਿ ਪੂੰਜੀ ਬਹੁਤ ਘੱਟ ਲੱਗਦੀ, ਇਹਦੇ ਵਿੱਚ ਪੂੰਜੀ ਕੀ ਹੈ ਬਹੁਤ ਘੱਟ ਲੱਗਦੀ ਹੈ, ਤਾਂ ਹੀ ਤਾਂ ਆਪਾਂ ਕਹਿੰਦੇ ਹਾਂ ਕਿ ਇਹਦੇ ਵਿੱਚ ਪਰਿਵਾਰ ਦੇ ਮੈਂਬਰ ਲੱਗੇ ਹੁੰਦੇ ਆ। ਔਰ ਜਦੋਂ ਕਿ ਲਘੂ ਉਦਯੋਗ ਦੇ ਵਿੱਚ ਕੀ ਹੁੰਦਾ ਗਾ ਸ਼ਕਤੀ ਨਾਲ ਲਘੂ ਉਦਯੋਗ ਸ਼ਕਤੀ ਨਾਲ ਚੱਲਦੇ ਆ, ਯਾਨੀ ਕਿ ਇਹਦੇ ਵਿੱਚ ਬਿਜਲੀ ਦੀ ਜ਼ਰੂਰਤ ਪੈਂਦੀ ਹੈ ਅਤੇ ਨਿਯੋਜਿਤ ਪੂੰਜੀ ਵੀ ਵੱਧ ਲੱਗਦੀ ਹੈ। ਤੇ ਜੋ ਨਿਯੋਜਿਤ ਪੂੰਜੀ ਮਤਲਬ ਜੋ ਆਪਾਂ ਜੇ ਅਗਰ ਕੋਈ ਫੈਕਟਰੀ ਲਗਾਉਂਦੇ ਆ ਇਸ ਤਰ੍ਹਾਂ ਦੀ ਤਾਂ ਉਹਦੇ ਲਈ ਜੇ ਆਪਾਂ ਚਾਹੀਏ ਤਾਂ 3000 ਤੱਕ ਦੀ ਪੂੰਜੀ ਆਪਾਂ ਨੂੰ ਇਹਦੇ ਵਿੱਚ 3 ਕਰੋੜ ਰੁਪਏ ਤੱਕ ਦੀ ਪੂੰਜੀ ਆਪਾਂ ਨੂੰ ਇਹਦੇ ਲਈ ਚਾਹੀਦੀ ਹੈ, ਯਾਨੀ ਕਿ ਕਾਫੀ ਜ਼ਿਆਦਾ ਪੂੰਜੀ ਦੀ ਜ਼ਰੂਰਤ ਹੁੰਦੀ ਹੈ ਇਹਦੇ ਵਿੱਚ। ਕੁਟੀਰ ਉਦਯੋਗਾਂ ਵਿੱਚ ਪਰੰਪਰਾਗਤ ਵਸਤੂਆਂ ਜਿਵੇਂ ਕਿ ਖਾਦੀ, ਚਟਾਈ, ਜੁੱਤੇ ਆਦਿ, ਉਹੀ ਮਤਲਬ ਜਿਹਦੇ ਵਿੱਚ ਪਰਿਵਾਰ ਦੇ ਮੈਂਬਰ ਕੰਮ ਕਰਦੇ ਉਹੀ ਐਗਜ਼ਾਮਪਲ ਦੱਸੇ ਨੇ, ਹੋਰ ਵੀ ਜ਼ਿਆਦਾ ਕੀ ਨੇ ਕਿ ਖਾਦੀ, ਜਿਵੇਂ ਕੋਈ ਖਾਦੀ ਬਣਾਉਂਦੇ ਆ ਨਾ ਕਿਸੇ ਐ ਸਮਝ ਲਓ ਕਿ ਆਪਾਂ ਕੋਈ ਖੇਤ ਦੇ ਲਈ ਖਾਦ ਪਦਾਰਥ ਵੀ ਬਣਾਉਂਦੇ ਆ। ਠੀਕ ਹੈ, ਚਟਾਈ ਦੇਖਿਆ ਹੋਊਗਾ ਕੱਪੜੇ ਦੇ ਨਾਲ ਚਟਾਈ ਬਣਾਉਂਦੇ ਨੇ, ਜਾਂ ਫਿਰ ਉਹ ਇੱਕ ਪਲਾਂਟਸ ਹੁੰਦਾ ਰੇਸ਼ਮ ਦੇ, ਜਾਂ ਫਿਰ ਉਹ ਜੂਟ ਦੀ ਚਟਾਈ ਬਣਦੀ ਹੁੰਦੀ ਹੈ। ਠੀਕ ਹੈ ਜੀ, ਉਸ ਤਰ੍ਹਾਂ ਦੀ ਖੇਤੀ ਪਹਿਲਾਂ ਖੇਤੀ ਜੂਟ ਉਗਾ ਲੈਂਦੇ ਨੇ, ਫਿਰ ਉਸ ਤਰ੍ਹਾਂ ਦੀ ਚਟਾਈ ਬਣਾਉਂਦੇ ਨੇ ਜਦੋਂ ਉਹ
ਸੀਜ਼ਨ ਚਲਾ ਜਾਂਦਾ ਗਾ ਤਾਂ ਫਿਰ ਜੁੱਤੇ ਵੀ ਬਣਾਉਂਦੇ ਨੇ, ਠੀਕ ਹੈ। ਇਸ ਤਰ੍ਹਾਂ ਦੇ ਉਦਯੋਗ ਨੂੰ ਆਪਾਂ ਕੁਟੀਰ ਉਦਯੋਗ ਦੇ ਵਿੱਚ ਲਿਆ। ਜਿਹੜੇ ਉਦਯੋਗ ਇਹ ਹੁੰਦੇ ਨੇ ਇਹ ਕੁਟੀਰ ਉਦਯੋਗ ਹੁੰਦੇ ਨੇ, ਜਦੋਂ ਕਿ ਛੋਟੇ ਉਦਯੋਗਾਂ ਦੇ ਵਿੱਚ ਆਮ ਤੌਰ ਤੇ ਵਸਤੂਆਂ ਜਿਵੇਂ ਕਿ ਰੇਡੀਓ, ਟੈਲੀਵਿਜ਼ਨ, ਇਲੈਕਟ੍ਰੋਨਿਕ ਦਾ ਸਮਾਨ ਵਗੈਰਾ ਵਗੈਰਾ ਬਣਾਏ ਜਾਂਦੇ, ਕਿਉਂਕਿ ਇਹਦੇ ਵਿੱਚ ਜ਼ਿਆਦਾ ਪੂੰਜੀ ਲੱਗੀ ਜਾਂਦੀ ਹੈ, ਠੀਕ ਹੈ ਜੀ। ਇਹ ਸੀਗਾ ਡਿਫਰੈਂਸ ਮੇਨਲੀ ਇਹਨਾਂ ਦੇ ਵਿੱਚ। ਆਈ ਹੋਪ ਤੁਹਾਨੂੰ ਇਹ ਦੋਨਾਂ ਦੇ ਵਿੱਚ ਡਿਫਰੈਂਸ ਕਲੀਅਰ ਹੋ ਗਿਆ ਹੋਊਗਾ। ਇੱਥੋਂ ਤੱਕ ਆਪਣਾ ਵੀਡੀਓ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਨੈਕਸਟ ਟੌਪਿਕ ਡਿਸਕਸ ਕਰਾਂਗੇ ਕਿ ਇਹਨਾਂ ਦੀ ਇੰਪੋਰਟੈਂਸ ਕੀ ਆ। ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ। प्लीज़ like and share, subscribe my channel.